अच्छा भाजी ਤੁਸੀਂ ਮੈਨੂੰ ਇਹ ਦੱਸੋ ਇਹ ਕੋਠੀ ਕਿੰਨੇ ਸਾਲ ਪੁਰਾਣੀ ਹੈ? ਇਹ ਤਕਰੀਬਨ 100 ਸਾਲ ਤੋਂ ਜ਼ਿਆਦਾ ਹੀ ਪੁਰਾਣੀ ਹੈ। ਜਦੋਂ ਬਰਤਾਨੀਆ ਨੇ ਪੂਰੀ ਦੁਨੀਆ ਤੇ ਹਕੂਮਤ ਕੀਤੀ ਸੀ ਉਦੋਂ ਇਹ ਅੰਗਰੇਜ਼ਾਂ ਨੇ ਬਣਵਾਈ ਸੀ। ਕਰਨਲ ਕੌਲ ਆਇਆ ਸੀ, ਉਹਨੇ ਇਹ ਕੋਠੀ ਬਣਵਾਈ ਸੀ ਆਦੀ ਰਹਿਸ਼ ਵਾਸਤੇ। ਉਹਨੇ ਵੀ ਅੱਗੋਂ ਇਹ ਸ਼ਰਤ ਰੱਖੀ ਹੋਈ ਸੀ ਨਾ, ਜਿਹੜਾ ਹਾਰ ਜਾਏਗਾ ਉਹਦਾ ਮੂੰਹ ਕਾਲਾ ਕਰਾਂਗੇ, ਖੋਤੇ ਦੇ ਉੱਤੇ ਬਿਠਾ ਕੇ ਤੇ ਪਿੰਡ ਦੇ ਵਿੱਚ ਉਹਦੇ ਪਿੱਛੇ ਢੋਲ ਵਾਲਾ ਹੋਏਗਾ, ਪੂਰਾ ਪਿੰਡ ਵੇਖੇਗਾ ਵੀ ਜਿਹੜਾ ਨਾ ਇਹ ਕੋਠੀ ਵੜਿਆ ਸੀ। 1.5 ਏਕੜ ਹੈਗਾ ਜਿੰਦੇ ਵਿੱਚ ਕੋਠੀ ਬਣੀ ਹੋਈ ਤੇ 1.5 ਏਕੜ ਜਿਹੜਾ ਹੈ ਉਹਦਾ ਗਰਾਊਂਡ ਹੈਗਾ ਤੇ 40 ਮਹਿਮਾਨਾਂ ਦੇ ਅੱਗੇ ਇੰਨੇ ਕੁ ਸੋਨੇ ਦੇ ਬਰਤਨ ਹਨ ਕਿ ਜਿੰਨੀਆਂ ਡਿਸ਼ਾਂ ਹੈਗੀਆਂ ਨੇ ਉਨੀਆਂ ਡਿਸ਼ਾਂ ਵਾਸਤੇ ਓਨੇ ਬਰਤਨ ਉਸ ਬੰਦੇ ਦੇ ਅੱਗੇ ਪਏ ਹੋਏ ਨੇ। ਕੋਠੀ ਦੇ 40 ਮੁਲਾਜ਼ਮ ਸਨ। ਬਾਕੀ ਤਕਰੀਬਨ 4 ਤੋਂ 3 ਦਰਵਾਜ਼ੇ ਹਰ ਕਮਰੇ ਦੇ ਹਨ ਤੇ ਕਮਰੇ ਤਕਰੀਬਨ 18 ਕਮਰੇ ਨੇ। ਇਸ ਕੋਠੀ ਦੇ ਵਿੱਚ ਉਹ ਫਰਨੀਚਰ ਹੈ ਸੀ ਕਿ ਜਿਹੜਾ ਅੱਜ ਦੇ ਮਿਨਿਸਟਰਾਂ ਦੇ ਘਰ ਵੀ ਨਹੀਂ ਹੈ। 365 ਮੁਰੱਬਾ ਹੈਗਾ ਇਹਦਾ ਇਸ ਕੋਠੀ ਦੇ ਨਾਂ ਤੇ। 2 ਵਾਰੀ ਗਵਰਨਰ ਨੇ ਆ ਕੇ ਇਜਾਜ਼ਤ ਮੰਗੀ ਸੀ, ਨਹੀਂ ਸੀ ਮੁਲਾਕਾਤ ਹੁੰਦੀ। ਨਵਾਬ ਸਾਹਿਬ ਪਤਾ ਕੀ ਆਂਦੇ ਸਨ, ਖੋਤੇ ਦੇ ਕੰਨ ਨੂੰ ਆਖੋ ਵੀ ਨਵਾਬ ਸਾਹਿਬ ਦੇ ਸੌਣ ਦਾ ਟਾਈਮ ਹੈ। ਫਿਰ ਨਵਾਬ ਦੀ ਇੰਨੀ ਪਾਵਰ ਹੈ ਸੀ ਕਿ ਜਿਹੜਾ ਨਾ ਸਜ਼ਾਏ ਮੌਤ ਦੇ ਕੈਦੀ ਉਹਨਾਂ ਕੋਲ ਸਿਰਫ 1 ਰਾਤ ਰਹਿੰਦੀ ਸੀ। अस्सलामुअलैकुम, मैं एंकर अब्दुल्ला शब्दानी और वाचिंग माय चैनल देखो। अब इस वक्त मैं जिला पारा में 9 लखी कोठी में मौजूद हूँ और मेरे साथ वो भाई मौजूद है जो इस कोठी में काफी सालों से रह रहे हैं। मैं आपको कोठी के बारे में बताता हूँ। ये कोठी 100 साल पुरानी है। इस वक्त मेरे साथ कोई भाई मौजूद है, इनसे इस कोठी के बारे में पूरी हिस्ट्री जानते हैं। अस्सलाम वालेकुम बाबा जी, कंजो अच्छा भाजी ਤੁਸੀਂ ਮੈਨੂੰ ਇਹ ਦੱਸੋ ਇਹ ਕੋਠੀ ਕਿੰਨੇ ਸਾਲ ਪੁਰਾਣੀ ਹੈ? ਇਹ ਤਕਰੀਬਨ 100 ਸਾਲ ਤੋਂ ਜ਼ਿਆਦਾ ਹੀ ਪੁਰਾਣੀ ਹੈ। ਜਦੋਂ ਬਰਤਾਨੀਆ ਨੇ ਪੂਰੀ ਦੁਨੀਆ ਤੇ ਹਕੂਮਤ ਕੀਤੀ ਸੀ ਉਦੋਂ ਇਹ ਅੰਗਰੇਜ਼ਾਂ ਨੇ ਬਣਵਾਈ ਸੀ। ਕਰਨਲ ਕੌਲ ਆਇਆ ਸੀ, ਉਹਨੇ ਇਹ ਕੋਠੀ ਬਣਵਾਈ ਸੀ ਆਦੀ ਰਹਿਸ਼ ਵਾਸਤੇ। ਬਾਬਾ ਜੀ ਜਿਹੜਾ ਵੀ ਸ਼ਖਸ ਇੱਥੇ ਆ ਜਾਂਦਾ ਸੀ ਇੱਕ ਦਰਵਾਜ਼ੇ ਤੋਂ ਵਾਪਸ ਜਾਂਦਾ ਸੀ ਤੇ ਉਹਨੂੰ 500 ਇਨਾਮ ਦਿੱਤਾ ਜਾਂਦਾ ਸੀ ਤੇ ਉਹ ਅਗਰ ਹਾਰ ਜਾਂਦਾ ਤੇ ਉਹਦਾ ਮੂੰਹ ਕਾਲਾ ਤੇ ਹੋਰ ਵੀ ਬੜਾ ਕੁਝ ਕੀਤਾ ਜਾਂਦਾ ਸੀ। ਇਹ ਗੱਲ ਸੱਚ ਹੈ? ਹਾਂ, ਇਹ ਗੱਲ ਠੀਕ ਹੈ। ਤੇ ਬਹਰਹਾਲ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਇੱਥੇ ਅਸੀਂ ਅੰਦਰ ਆਈਏ। ਜੋ ਉਹਨਾਂ ਨੇ ਵੀ ਅੱਗੋਂ ਇਹ ਸ਼ਰਤ ਰੱਖੀ ਹੋਈ ਸੀ ਨਾ, ਜਿਹੜਾ ਹਾਰ ਜਾਏਗਾ ਉਹਦਾ ਮੂੰਹ ਕਾਲਾ ਕਰਾਂਗੇ, ਖੋਤੇ ਦੇ ਉੱਤੇ ਬਿਠਾ ਕੇ ਤੇ ਪਿੰਡ ਦੇ ਵਿੱਚ ਉਹਦੇ ਪਿੱਛੇ ਢੋਲ ਵਾਲਾ ਹੋਏਗਾ, ਪੂਰਾ ਪਿੰਡ ਵੇਖੇਗਾ ਵੀ ਜਿਹੜਾ ਨਾ ਇਹ ਕੋਠੀ ਵੜਿਆ ਸੀ। ਕੋਈ ਨਹੀਂ ਸੀ ਇੱਧਰ ਆਇਆ। ਅੱਛਾ ਜੀ, ਇਹ ਕੋਠੀ ਕਿੰਨੇ ਏਕੜ ਤੇ ਮੁਸ਼ਤਮਿਲ ਹੈ? 1.5 ਏਕੜ ਹੈਗਾ ਜਿੰਦੇ ਵਿੱਚ ਕੋਠੀ ਬਣੀ ਹੋਈ ਤੇ 1.5 ਏਕੜ ਜਿਹੜਾ ਹੈ ਉਹਦਾ ਗਰਾਊਂਡ ਹੈਗਾ ਜਿਹਨੂੰ ਆਂਦੇ ਜੇ ਵੀ ਲਾਉਣ ਹੈ। ਅੱਛਾ, ਇੱਥੇ ਅਗਰ ਕੋਈ ਮਹਿਮਾਨ ਆਂਦਾ ਤੇ ਉਹਦੇ ਵਾਸਤੇ ਕਿਹੜਾ ਕਮਰਾ ਤੇ ਕਹਿੰਦੀ ਨੂੰ ਖਾਣਾ ਉਹ ਜ਼ਿਆਦਾ ਹੈਗੇ ਨੇ ਜਿੱਥੇ ਜਿਹੜਾ ਉਹਨਾਂ ਦੀ ਆਦੀ ਮਰਜ਼ੀ ਹੁੰਦੀ ਸੀ ਉਸ ਕਮਰੇ 'ਚ ਉਹਨਾਂ ਨੂੰ ਰਹਿਣ ਵਾਸਤੇ ਇਜਾਜ਼ਤ ਦਿੰਦੇ ਸਨ ਕਿ ਇਸ ਕਮਰੇ 'ਚ ਤੂੰ ਬੈਠਣਾ ਹੈ, ਇਸ ਕਮਰੇ 'ਚ ਜਿਹੜਾ ਨਾ ਤੂੰ ਰਹਿਣਾ। ਉਹ ਫਿਰ ਉਹਨਾਂ ਦੇ ਖਾਸ ਮਹਿਮਾਨ ਆਦੇ ਕਮਰਿਆਂ ਦੇ ਨਾਲ ਤਾਂ ਨਹੀਂ ਨਾ ਐਡਜਸਟਮੈਂਟ ਕਰਦੇ ਸਨ, ਉਹਨਾਂ ਨੂੰ ਵੱਖਰਿਆਂ ਕਮਰਿਆਂ 'ਚ ਬਿਠਾਉਂਦੇ ਸਨ। ਅੱਛਾ, ਇੱਥੇ ਲੋਕ ਮੈਂ ਸੁਣਿਆ ਆਂਦੇ ਨੇ ਤੇ ਪੁਰਾਣੇ ਜ਼ਮਾਨੇ ਜਿਹੜੇ ਲੋਕ ਇੱਥੇ ਆਉਂਦੇ ਸੀ ਸੋਨਾ ਦੀ ਪਲੇਟਾਂ ਵਿੱਚ ਖਾਣਾ ਖਾਂਦੇ ਸੀ। ਇਹ ਗੱਲ ਬਿਲਕੁਲ ਸੱਚ ਹੈਗਾ ਕਿ ਇਹਦੇ ਵਿੱਚ ਇੰਨੇ ਕੁ ਬਰਤਨ ਇੰਨੇ ਕੁ ਬਰਤਨ ਸਨ ਕਿ 40 ਮਹਿਮਾਨ ਬੈਠੇ ਹੋਏ ਨੇ ਨਾ ਟੇਬਲਾਂ ਤੇ 40 ਮਹਿਮਾਨਾਂ ਦੇ ਅੱਗੇ ਇੰਨੇ ਕੁ ਸੋਨੇ ਦੇ ਬਰਤਨ ਹਨ ਕਿ ਜਿੰਨੀਆਂ ਡਿਸ਼ਾਂ ਹੈਗੀਆਂ ਨੇ ਉਨੀਆਂ ਡਿਸ਼ਾਂ ਵਾਸਤੇ ਓਨੇ ਬਰਤਨ ਉਸ ਬੰਦੇ ਦੇ ਅੱਗੇ ਪਏ ਹੋਏ ਨੇ। ਵਾਹ, ਬੜੀ ਵੱਡੀ ਗੱਲ ਹੈ। ਅੱਛਾ, ਇਹ ਕੋਠੀ ਵਿੱਚ ਮੁਲਾਜ਼ਮ ਕਿੰਨੇ ਸੀ? ਇਹਦੀ ਸਫਾਈ ਵਾਸਤੇ ਜਿਹੜਾ ਨਾ ਇਹਦੀ ਦੇਖਭਾਲ ਕਰਨ ਵਾਸਤੇ ਸਫਾਈ ਕਰਨ ਵਾਸਤੇ 40 ਮੁਲਾਜ਼ਮ ਸਨ। ਬਾਬੇ ਬੁੱਲੇ ਸ਼ਾਹ ਤੋਂ ਲੈ ਕੇ ਇੱਥੇ ਤੱਕ ਜਿਹੜੇ ਨੇ ਗੇਟ ਬੰਦ ਕਰਨੇ, ਖੋਲਣੇ, ਸਫਾਈ ਕਰਨੀ, ਪਾਣੀ ਤਰੋਂਕਣੇ, 40 ਮੁਲਾਜ਼ਮ ਹੈਨ ਸਨ ਜਿਹੜੇ ਇਹਦੇ ਕੋਠੀ ਦੇ ਹੈਨ ਸਨ। ਬਾਕੀ ਤੇ ਘੋੜਿਆਂ ਛੋੜਿਆਂ ਤੇ ਵੱਖਰੇ ਸਨ, ਅੱਗੇ ਪਿੱਛੇ ਜਿਹੜੀਆਂ ਕੋਠੀਆਂ ਦੇ ਹੈਨ ਸਨ ਉਹ ਵੱਖਰੇ ਸਨ। ਕੋਠੀ ਦੇ 40 ਮੁਲਾਜ਼ਮ ਸਨ। ਕਿੰਨੇ ਕਮਰੇ ਨੇ ਤੇ ਕਮਰਿਆਂ ਦੇ ਵਿੱਚ ਦਰਵਾਜ਼ੇ ਕਿੰਨੇ? ਜਿਹੜਾ ਖਾਣੇ ਵਾਲਾ ਕਮਰਾ ਹੈਗਾ ਨਾ ਉਹਦੇ 6 ਦਰਵਾਜ਼ੇ ਨੇ, ਮੀਟਿੰਗ ਰੂਮ ਦੇ 5 ਦਰਵਾਜ਼ੇ ਨੇ। ਬਾਕੀ ਤਕਰੀਬਨ 4 ਤੋਂ 3 ਦਰਵਾਜ਼ੇ ਹਰ ਕਮਰੇ ਦੇ ਹਨ ਤੇ ਕਮਰੇ ਤਕਰੀਬਨ 18 ਕਮਰੇ ਨੇ। ਹਰ ਕਮਰੇ ਨਾਲ ਬਾਥਰੂਮ ਅਟੈਚ ਹੈ। ਅੱਛਾ, ਇਸ ਜ਼ਮਾਨੇ ਦਾ ਫਰਨੀਚਰ ਹੈ, ਉਸ ਜ਼ਮਾਨੇ ਦੇ ਵਿੱਚ ਕੋਠੀ ਦੇ ਵਿੱਚ ਹੁੰਦਾ ਸੀ? ਇਸ ਕੋਠੀ ਦੇ ਵਿੱਚ ਉਹ ਫਰਨੀਚਰ ਹੈ ਸੀ ਕਿ ਜਿਹੜਾ ਅੱਜ ਦੇ ਮਿਨਿਸਟਰਾਂ ਦੇ ਘਰ ਵੀ ਨਹੀਂ ਹੈ। ਕਿ ਜਿਹੜਾ ਇਸ ਕੋਠੀ ਦਾ ਫਰਨੀਚਰ ਹੈ ਸੀ ਉਹ ਨਵਾਬ ਸਾਹਿਬ ਨੇ ਉਹਦੇ ਜਦੋਂ ਪੋਤਰਿਆਂ ਨੇ ਇੱਥੋਂ ਛੱਡਿਆ ਕਬਜ਼ਾ ਉਹ ਅਰਬਲਾਂ ਲੈ ਗਏ। ਨਾ ਕੋਈ ਫਰਨੀਚਰ ਰਿਹਾ ਤੇ ਨਾ ਕੋਈ ਕਲੀਨ ਰਹੀ ਤੇ ਅਰਬਲਾਂ ਉਜੜ ਗਈ ਤੋਂ ਡਿੱਗਦੀ ਪਈ ਢਹਿੰਦੀ ਪਈ। ਨਾ ਕੋਈ ਗੌਰਮੈਂਟ ਇਹਨੂੰ ਰਹਿੰਦੀ ਤੇ ਨਾ ਕੋਈ ਜਿਹੜਾ ਨਾ ਇਹਦਾ ਖਿਆਲ ਕਰਦਾ। अच्छा, ये कोठी किन्ने बनाई ते क्यों बनाई?
ਇਹ ਜਦੋਂ ਬਰਤਾਨੀਆ ਨੇ ਪੂਰੀ ਦੁਨੀਆ ਤੇ ਹਕੂਮਤ ਕੀਤੀ ਸੀ ਨਾ, ਉਦੋਂ ਉਹਨਾਂ ਬਰਤਾਨੀਆ ਦਾ ਇੱਕ ਕਰਨਲ ਹੈਗਾ ਸੀ ਕੌਲ, ਉਹਨੇ ਆਦੀ ਰਹਿਸ਼ ਵਾਸਤੇ ਇੱਥੇ ਰਹਿਸ਼ ਕਰਨ ਵਾਸਤੇ ਜਿਹੜਾ ਨਾ ਇਲਾਕਾ ਵੀ ਆਬਾਦ ਕਰਨਾ ਸੀ। 365 ਮੁਰੱਬਾ ਹੈਗਾ ਇਹਦਾ ਇਸ ਕੋਠੀ ਦੇ ਨਾਂ ਤੇ ਇੱਥੇ ਰਹਿਸ਼ ਵਾਸਤੇ ਉਹਨੇ ਆਦੇ ਜਗ੍ਹਾ ਬਣਾਈ ਸੀ ਆਦੇ ਰਹਿਣ ਵਾਸਤੇ। ਅੱਛਾ ਬਾਬਾ ਜੀ, ਇਹ ਕੋਠੀ ਦੇ ਵਿੱਚ ਕਿੰਨੀ ਕਿਸਮ ਦੀਆਂ ਇੱਟਾਂ ਇਸਤੇਮਾਲ ਕੀਤੀ ਗਈਆਂ ਨੇ? ਕੋਠੀ ਦੀਆਂ ਇੱਟਾਂ ਦਾ 250 ਡਿਜ਼ਾਈਨ ਦੇ ਵਿੱਚ ਸੱਚਾ ਹੈ ਸੀ। ਇਹ ਗੋਲ ਪਿੱਲਰ ਜਿਹੜੇ ਬਣੇ ਹੋਏ ਨੇ ਇਹਨਾਂ ਦੇ ਉਹੋ ਜਿਹੇ ਸੱਚੇ ਬਣੇ, ਜਿਹੜੇ ਉੱਤੇ ਬਨੇਰਿਆਂ ਚਿੱਟਾਂ ਲੱਗੀਆਂ ਤੇ ਉਹ ਵੀ ਉਸੇ ਹਿਸਾਬ ਦੀਆਂ ਇੱਟਾਂ ਦੇ ਸੱਚੇ ਬਣੇ ਹੋਏ ਸਨ। ਇੱਥੋਂ ਨਵਾਬ ਸਾਹਿਬ ਦੇ ਜਿਹੜੇ ਪੋਤਰੇ ਸਨ ਉਹਨਾਂ ਜਿਹੜਾ ਨਾ ਆਦੀ ਉੱਥੇ ਜਲਾਲਪੁਰ ਦੇ ਵਿੱਚ ਇਹਦੇ ਨਾਲ ਦੀ ਕੋਠੀ ਬਣਵਾਈ ਹੈ। ਇਸੇ ਤਰ੍ਹਾਂ ਗਰਾਊਂਡ ਵੀ ਹੈ, ਇਹ ਜਿਹੜੇ ਪਾਰਕਿੰਗ ਆ ਗਈ ਜਿੱਥੇ ਉਹਨਾਂ ਦੀ ਗੱਡੀ ਗੁੱਡੀ ਖਲੋਂਦੀ, ਉਹ ਵੀ ਜਿਹੜਾ ਪਿੱਛੇ ਜਿਹੜਾ ਨਾ ਉਹਨਾਂ ਦਾ ਕਿਚਨ ਹੈ। ਇਸੇ ਤਰ੍ਹਾਂ ਬਹਰਹਾਲ ਜਿਹੜੀ ਆ ਡਾਟ ਲੱਗੀ ਹੋਈ ਹੈ ਨਾ, ਪਤਾ ਨਹੀਂ ਕਿਹੜੇ ਮੁਲਕ ਦੇ ਉਹ ਇੰਜੀਨੀਅਰ ਉਹਨਾਂ ਕੋਲ ਬਣਵਾਈ ਸੀ। ਬਹਰਹਾਲ ਉਹਨਾਂ ਇੰਜੀਨੀਅਰਾਂ ਕੋਲੋਂ ਜਿਹੜਾ ਨਾ ਇਹ ਡਾਟ ਨਹੀਂ ਲਾਈ ਗਈ, ਉਹਨਾਂ ਸਿਰਫ ਬੀਮ ਪਾ ਦਿੱਤੇ ਸਨ ਉੱਥੇ ਵੀ। ਹਾਲਾਂਕਿ ਜਲਾਲਪੁਰ ਦੇ ਵਿੱਚ ਉਹ ਹੈ ਪੀਰਾਂ ਦੀ ਕੋਠੀ। ਅੱਛਾ ਬਾਬਾ ਜੀ, ਤੁਸੀਂ ਇੱਥੇ ਕਿੰਨੇ ਅਰਸੇ ਤੋਂ? ਮੈਂ ਤਕਰੀਬਨ ਇੱਥੇ 35 ਕੁ ਸਾਲ ਦਾ ਇੱਥੇ ਰਹਿ ਰਿਹਾ। ਇੱਥੇ ਨਵਾਬ ਮੇਰ ਅਲੀ ਸ਼ਾਹ ਦੀ ਕਿੰਨੀ ਪਾਵਰ? ਨਵਾਬ ਮੇਰ ਅਲੀ ਸ਼ਾਹ ਦੀ ਪਾਵਰ ਇੰਨੀ ਦੱਸੀ ਜਾਂਦੀ ਕਿ ਉਕਾੜੇ ਦੇ ਵਿੱਚ 2 ਵਾਰੀ ਗਵਰਨਰ ਨੇ ਆ ਕੇ ਇਜਾਜ਼ਤ ਮੰਗੀ ਸੀ, ਨਹੀਂ ਸੀ ਮੁਲਾਕਾਤ ਹੁੰਦੀ। ਨਵਾਬ ਸਾਹਿਬ ਪਤਾ ਕੀ ਆਂਦੇ ਸਨ ਖੋਤੇ ਦੇ ਕੰਨ ਨੂੰ ਆਖੋ ਵੀ ਨਵਾਬ ਸਾਹਿਬ ਦੇ ਸੌਣ ਦਾ ਟਾਈਮ ਹੈ। ਤੀਸਰੀ ਦਫਾ ਗਵਰਨਰ ਨੇ ਜਿਹੜਾ ਨਾ ਹੈਲੀਕਾਪਟਰ ਦੇ ਜ਼ਰੀਏ ਆ ਕੇ ਤੇ ਇੱਥੇ ਉਤਰ ਕੇ ਨਵਾਬ ਸਾਹਿਬ ਨਾਲ ਮੁਲਾਕਾਤ ਕੀਤੀ ਸੀ। ਫਿਰ ਨਵਾਬ ਦੀ ਇੰਨੀ ਪਾਵਰ ਹੈ ਸੀ ਕਿ ਜਿਹੜਾ ਨਾ ਸਜ਼ਾਏ ਮੌਤ ਦੇ ਕੈਦੀ ਉਹਨਾਂ ਕੋਲ ਸਿਰਫ ਇੱਕ ਰਾਤ ਰਹਿੰਦੀ ਸੀ ਤੇ ਸਵੇਰ ਉਹਨਾਂ ਨੂੰ ਫਾਂਸੀ ਲਾ ਦਿੱਤਾ ਜਾਣਾ ਸੀ। ਨਵਾਬ ਨੂੰ ਇੰਨਾ ਆਪਦੇ ਤੇ ਮਾਣ ਆਇਆ ਸੀ ਕਿ ਆਦੇ ਬਵਰਚੀ ਨੂੰ ਜਾਣ ਲੱਗਿਆ ਇਹ ਆਖ ਕੇ ਗਏ ਸਨ ਕਿ 5 ਬੰਦਿਆਂ ਦਾ ਖਾਣਾ ਪਕਾ ਕੇ ਰੱਖਣਾ। ਇੱਥੋਂ ਸਿਰਫ ਇੱਕ ਉਹਨਾਂ ਦਾ ਡਰਾਈਵਰ, ਇੱਕ ਉਹਨਾਂ ਦਾ ਮੁਨਸ਼ੀ ਤੇ ਤੀਸਰਾ ਨਵਾਬ ਸਾਹਿਬ ਸਨ। ਸਿੱਧੇ ਇੱਥੇ ਇਸਲਾਮਾਬਾਦ ਗਵਰਨਰ ਹਾਊਸ ਦੇ ਵਿੱਚ ਗਏ, ਉੱਥੋਂ ਜਾ ਕੇ ਉਹਨਾਂ ਕੈਦੀ ਮੰਗਵਾ ਕੇ ਸ਼ਾਮ ਦੇ ਟਾਈਮ ਆ ਕੇ ਉਹਨਾਂ 5 ਬੰਦਿਆਂ ਨੇ ਵਾਕਿਆ ਹੀ ਖਾਣਾ ਖਾਧਾ ਸੀ ਕਿ ਇੰਨੀ ਨਵਾਬ ਦੀ ਪਾਵਰ ਹੈ ਸੀ। अच्छा, इस हवेली ने बड़े बड़े तूफान को बर्दाश्त कर लिया है, अभी तक ये टिकी हुई है, तो इसकी बुनियाद कितनी है? इनकी तकरीबन 15 फुट तिक्कर थले गहरी बुनियाद है ते 4 फुट चौड़ी बुनियाद हैगी है। चूने ते गारे दी इनकी चुनाई हुई है। अच्छा, आप गवर्नमेंट को क्या कहना चाहते हैं? वो इधर आए, इस हवेली को रेनोवेट करें। और आपके पास कितने लोग अभी फिलहाल इंटरव्यू लेने आए? मैं तकरीबन 2015 ਦਾ ਇੰਟਰਵਿਊ ਦੇ ਰਿਹਾ ਤੇ ਕਈ ਵਾਰੀ ਆਖਿਆ, ਕਈ ਮਿਨਿਸਟਰ, ਕਈ ਜੱਜ, ਕਈ ਜਿਹੜਾ ਨਾ ਤਹਿਸੀਲਦਾਰ, ਕਈ ਜਿਹੜਾ ਨਾ ਇੱਥੇ ਵਜ਼ੀਰਾਂ ਤਿੱਕਰ ਇੱਥੇ ਆਏ ਨੇ। ਬਹਰਹਾਲ ਕੋਈ ਇਹਦੇ ਤੇ ਤਵੱਜੋ ਨਹੀਂ ਦੇ ਰਿਹਾ। ਮੈਂ ਤੇ ਆਂਦਾ ਸਾਂ ਹੋਰ ਨਹੀਂ ਤੇ ਇਹਨੂੰ ਸ਼ਾਦੀ ਹਾਲ ਹੀ ਬਣਾ ਦੇਣ, 9 ਲੱਖੀ ਸ਼ਾਦੀ ਹਾਲ। ਇੱਥੇ ਵਜ਼ੀਰਾਂ ਦੀਆਂ ਬਰਾਤਾਂ ਆ ਕੇ ਬਹਿਣ ਵੀ ਆਸੇ ਪਾਸੇ ਜਿਹੜਾ ਨਾ ਬਾਗ ਹੈਗਾ, ਫਿਰ ਇਹਦੀ ਪਾਰਕਿੰਗ ਦਾ ਸਿਲਸਿਲਾ, ਇਹਦੇ ਵਿੱਚ ਤਕਰੀਬਨ 8 ਤੋਂ 10 ਬਰਾਤਾਂ ਯਕ ਵਕਤ ਬਹਿ ਸਕਦੀਆਂ ਨੇ। ਐਡੀ ਇਹ ਕੋਠੀ ਹੈ ਸੀ। ਨਹੀਂ ਤੇ ਕੋਈ ਆਰਮੀ ਦਾ ਇਹਨੂੰ ਜਿਹੜਾ ਨਾ ਦਫ਼ਤਰ ਬਣਾ ਦਿੰਦੇ, ਨਹੀਂ ਤੇ ਇਹਨੂੰ ਕੋਈ ਸੈਰਗਾਹ ਹੀ ਬਣਾ ਦਿੰਦੇ। ਮੈਂ ਤੇ ਆਂਦਾ ਸਾਂ ਵੀ ਇਹਨੂੰ ਕਿਸੇ ਖਾਤੇ ਲਾਉਣ ਤੇ ਸਹੀ ਗਵਰਨਮੈਂਟ ਹੀ ਲਾਵੇ, ਹੋਰ ਕਿੰਨੇ ਇਹਨੂੰ ਲਾਉਣਾ। ਕੋਈ भी नहीं सुनता मेरी तो। मैं तो थक गया है इंटरव्यू दे के। जी नाज़रीन, जैसा कि आपने नूर मोहम्मद की गुफ्तगू सुनी, इस वक्त हम कितनी आलीशान कोठी में मौजूद है, लेकिन इसको देख के ऐसा लगता है ये 100 साल से भी ज्यादा पुरानी है। ये ऐसी कोठी अगर गवर्नमेंट एक्शन ले, इसको रेनोवेट करवाए, माशाल्लाह ये इतनी खूबसूरत लगेगी, दूर दूर से क्या पूरी दुनिया इसको देखने आएगी। इसी को आते हैं, मैं इस बार तेरा खुद इजाजत, देखते रहिए। देखो आप।